Good morning, everyone. I'm Shilpa Bansal from Government High School, Guru Nanakpura. Students, today we are discussing question answers of our poetry section of 10th class. So let's start. Character of a happy man. Objective type questions are name the poet of the poem, that is Sir Henry Wotton. A happy man envies nobody, none. Happy man ਕਿਸੇ ਨਾਲ ਈਰਖਾ ਨਹੀਂ ਕਰਦੇ। Next है a happy man obeys the rules of goodness. Happy man is afraid of death? No. Happy man death ਤੋਂ ਡਰਦਾ ਹੈ? ਨਹੀਂ ਜੀ। ਅੱਗੇ ਦੇਖੋ ਰਾਜੇ ਕੁਝ ਸ਼ਾਰਟ ਕੁਐਸਚਨ ਆਨਸਰਸ ਹੈ ਕਿ ਕਿਵੇਂ ਚਾਹੇ ਤੁਹਾਨੂੰ ਸੈਂਟਰਲ ਆਈਡੀਆ ਆ ਜਾਏ, ਚਾਹੇ ਸਮਰੀ ਆ ਜਾਏ, ਚਾਹੇ ਥੀਮ ਆ ਜਾਏ, ਜਾਂ ਪੁੱਛਿਆ ਹੋਵੇ ਕਿ ਪੋਇਟ ਕੀ ਕਹਿਣਾ ਚਾਹੁੰਦਾ ਸਟੋਰੀ ਦੇ ਵਿੱਚ, ਪੋਇਮ ਦੇ ਵਿੱਚ, ਜਾਂ ਫਿਰ ਇੱਕ ਪਰਸਨ ਕਿਵੇਂ ਹੈਪੀ ਰਹਿ ਸਕਦਾ ਹੈ, ਤੁਸੀਂ ਉਹਦੇ ਬਾਰੇ ਕੁਐਸਚਨਸ ਲਿਖਣੇ ਹੈ। ਦ ਪੋਇਮ tries to tell the secret of a truly happy life. We should be honest in our thoughts. We should not be jealous. We should be contented with whatever we have in our life. We should not follow others' desires or our desires. ਇੱਛਾਵਾਂ ਨੂੰ ਨਹੀਂ ਪਿੱਛੇ ਪੈਣਾ ਚਾਹੀਦਾ, but we should follow goodness. Passions ਦੇ ਮਗਰ ਮਤਲਬ ਇਹ ਹੈ ਕਿ ਜੋ ਅਸੀਂ ਚਾਹੁੰਦੇ ਹਾਂ ਜੇ ਨਾ ਮਿਲੇ ਤਾਂ ਦੁਖੀ ਨਹੀਂ ਹੋਣਾ ਚਾਹੀਦਾ। ਜਿੰਨਾ ਹੈ ਸਾਨੂੰ ਸੰਤੁਸ਼ਟ ਰਹਿਣਾ ਚਾਹੀਦਾ ਹੈ। ਖੁਸ਼ ਹੋ ਹੀ ਰਹਿ ਸਕਦਾ ਹੈ ਜੋ ਦੂਜੇ ਨਾਲ ਜੈਲਸੀ ਨਾ ਕਰੇ। ਸਾਡੇ ਵਿਚਾਰ ਹੈ ਜਿਹੜੇ ਬਰੋਡ ਹੋਣੇ ਚਾਹੀਦੇ ਹੈ, ਸੌੜੀ ਸੋਚਦੇ ਜਾਂ ਨੈਰੋ ਥਿੰਕਿੰਗ ਨਹੀਂ ਹੋਣੀ ਚਾਹੀਦੀ ਸਾਡੀ। ਸੈਕਿੰਡ ਕੁਐਸਚਨ ਹੈ ਬੇਟੇ ਹੂਜ਼ ਆਰਮਰ, ਇੰਪੋਰਟੈਂਟ ਵੀ ਇਹ ਪੇਪਰ 'ਚ ਆ ਜਾਂਦਾ ਹੈ। ਆਰਮਰ ਹੁੰਦੀ ਸ਼ੀਲਡ। ਕਹਿੰਦੇ ਜਿਹੜੇ ਬੰਦੇ ਦੀ ਸ਼ੀਲਡ ਹੀ ਉਹਦੇ ਸੱਚੇ ਵਿਚਾਰ ਹੈ, ਓਨੈਸਟ ਥਾਟਸ ਹੈ, ਜਿਹਦੀ ਆਰਟ ਕੰਮ ਕਰਨ ਦੀ ਕਲਾ ਹੀ ਉਹਦਾ ਟਰੁੱਥ ਹੈ, ਉਹ ਕਿਵੇਂ ਨਹੀਂ ਜਿੱਤੂਗਾ? ਉਹ ਜ਼ਰੂਰ ਜਿੱਤੂਗਾ। ਉਹਨੂੰ ਪੂਰੀ ਹੀ ਮਤਲਬ ਆਪਾਂ ਕੀ ਕਹਿ ਸਕਦੇ ਹਾਂ ਕਿ ਓਨੈਸਟ ਥਾਟਸ, ਉਹ ਹੈਪੀ ਹੀ ਰਹਿੰਦਾ ਹੈ। Sorry for the interruption. One should have honest thoughts if he wants to become happy. His honest thoughts are his best defense. His truthfulness and simplicity are his best skills. ठीक है जी। नेक्स्ट है ਕਹਿੰਦੇ ਇੱਕ ਰਿਲੀਜੀਅਸ ਬੁੱਕ, ਧਾਰਮਿਕ ਕਿਤਾਬ, ਅਤੇ ਇੱਕ ਵਧੀਆ ਫਰੈਂਡ ਇੱਕੋ ਜਿਹੇ ਕਿਵੇਂ ਹੁੰਦੇ ਹੈ? ਉਹ ਚੰਗੇ ਕਿਉਂ ਹੁੰਦੇ ਹੈ? ਇਹ ਚੰਗੇ ਇੰਝ ਹੁੰਦੇ ਹੈ ਕਿ ਰਿਲੀਜੀਅਸ ਬੁੱਕ ਇਜ਼ ਲਾਈਕ ਅ ਫਰੈਂਡ ਐਂਡ ਵਾਈਸ ਵਰਸਾ ਦਾ ਮਤਲਬ ਹੈ ਕਿ ਇੱਕ ਵਧੀਆ ਦੋਸਤ ਇੱਕ ਧਾਰਮਿਕ ਕਿਤਾਬ ਦੇ ਵਰਗਾ ਹੈ। ਕਿਉਂ? ਕਿਉਂਕਿ ਉਹ ਸਾਨੂੰ ਸਹੀ ਰਾਹ 'ਤੇ ਲੈ ਕੇ ਜਾਂਦੇ ਹੈ। ਬਿਕੋਜ਼ ਦੇ ਕੀਪ ਅਸ ਜਾਂ ਟੇਕ ਅਸ ਟੂ ਰਾਈਟ ਪਾਥ। ਦੇ ਸਟੈਂਡ ਬਾਈ ਅਸ ਇਨ ਲੋਨਲੀਨੈਸ। ਲੋਨਲੀਨੈਸ ਹੁੰਦਾ ਕੋਈ ਇਕੱਲਤਾ ਹੋਵੇ, ਉਦੋਂ ਇਕੱਲੇ ਹੋਈਏ ਅਸੀਂ, ਉਦੋਂ ਆਪੇ ਬੁੱਕ ਲੈ ਕੇ ਬੈਠੀਏ ਤਾਂ ਆਪਾਂ ਨੂੰ ਐਂ ਲੱਗਦਾ ਸਾਡੇ ਨਾਲ ਕੋਈ ਬੈਠਾ। ਦੇ ਮੋਰਲੀ ਸਪੋਰਟ ਅਸ, ਸਾਨੂੰ ਨੈਤਿਕ ਰੂਪ ਦੇ ਵਿੱਚੋਂ ਸਾਨੂੰ ਸਪੋਰਟ ਕਰਦੇ ਹੈ। ਅੱਛੀ ਬੁੱਕ ਤੋਂ ਆਪਾਂ ਨੂੰ ਅੱਛੀ ਚੀਜ਼ਾਂ ਹੀ ਮਿਲਦੀਆਂ, ਹੈਪੀਨੈਸ ਵੀ ਮਿਲਦੀ ਹੈ। ਠੀਕ ਹੈ ਜੀ। ਨੈਕਸਟ ਦੇਖੋ ਬੇਟੇ ਡੈਥ ਦਾ ਲੈਵਲਰ ਦੇ ਕੁਐਸਚਨ ਆਨਸਰਸ। ਇਹਦੇ ਪੋਇਟ ਦਾ ਨਾਮ ਹੈ ਜੇਮਸ ਸ਼ਰਲੀ। ਅਲਟੀਮੇਟ ਫੇਟ ਕੀ ਹੈ ਹਿਊਮਨ ਬੀਂਗ ਦਾ? ਡੈਥ ਹੈ। ਕੀ ਰਹਿ ਜਾਂਦਾ ਡੈਥ ਤੋਂ ਬਾਅਦ? ਗੁੱਡ ਡੀਡਸ। ਸਭ ਕੁਝ ਖਤਮ ਹੋ ਜਾਂਦਾ ਹੈ ਪਰ ਇੱਕ ਚੰਗੇ ਕੰਮ ਹੈ ਜਿਹੜੇ ਰਹਿ ਜਾਂਦੇ ਬੰਦੇ ਦੇ। ਗਲੋਰੀਜ਼ ਆਫ ਬਲੱਡ ਐਂਡ ਸਟੇਟ ਆਰ ਜਸਟ ਸ਼ੈਡੋਜ਼। ਮਤਲਬ ਜੋ ਸਾਡੇ ਕੋਲ ਹੈ, ਜਿੰਨਾ ਅਸੀਂ ਪੈਸਾ, ਧਨ, ਦੌਲਤ, ਸੇ ਸਭ ਕੁਝ ਇੱਕ ਵਿਅਰਥ ਚੀਜ਼ਾਂ ਹੈ, ਸਭ ਕੁਝ ਇਹ ਖਤਮ ਹੀ ਹੋ ਜਾਣਾ ਹੈ। ਤਾਂ ਆਨਸਰ ਟਰੂ ਹੈ, ਫਾਲਸ ਕੀ ਹੈ? ਟਰੂ। ਨੈਕਸਟ ਕੁਐਸਚਨ ਬੇਟੇ ਇਹਦੇ ਵਿੱਚ ਜਾਂ ਤਾਂ ਤੁਸੀਂ ਸਮਰੀ ਆ ਜਾਏ, ਕੋਈ ਮਰਜ਼ੀ ਥੀਮ, ਪਲਾਨ, ਕੀ ਕਿਹਾ ਗਿਆ ਹੈ, ਪਲਾਨ ਨਹੀਂ, ਲੈਸਨ ਸੌਰੀ, ਠੀਕ ਹੈ, ਜਾਂ ਫਿਰ ਆ ਦੋ ਲਾਈਨਸ ਓਨਲੀ ਦ ਐਕਸ਼ਨਸ ਆਫ ਦ ਜਸਟ ਸਮੈਲ ਸਵੀਟ ਐਂਡ ਬਲੌਜ਼ਮ ਇਨ ਦੇਅਰ ਡਸਟ। ਦੇਖੋ ਕੀ ਕਹਿਣਾ ਚਾਹੁੰਦੇ ਹੈ ਕਿ ਬੰਦੇ ਦੇ ਕੰਮ ਹੀ ਪਛਾਣੇ ਜਾਂਦੇ ਆ ਉਦੋਂ ਜਦੋਂ ਉਹ ਡਸਟ ਦੇ ਵਿੱਚ ਮਿਲ ਜਾਂਦਾ ਹੈ। ਉਹਦੀ ਕੋਈ ਪੈਸਾ, ਕੋਈ ਧਨ ਦੌਲਤ ਕੁਛ ਨਹੀਂ ਰਹਿੰਦਾ, ਸਿਰਫ ਚੰਗੇ ਕੰਮ ਰਹਿੰਦੇ ਹੈ। ਤੁਸੀਂ ਸੈਂਟਰਲ ਆਈਡੀਆ ਵਿੱਚ ਲਿਖਣਾ ਤੇ ਲਿਖ ਸਕਦੇ ਹੋ ਕਿ ਡੈਥ ਕਮਸ ਟੂ ਆਲ, ਇਟ ਟਰੀਟਸ everyone equally, it reduces everyone to dust, so it is useless to boast of our power or wealth। ਇਹਦਾ ਮਤਲਬ ਹੈ ਡੈਥ ਸਭ ਨੂੰ ਆਉਂਦੀ ਹੈ, ਸਾਨੂੰ ਸਾਰਿਆਂ ਨੂੰ ਬਰਾਬਰ ਸਮਝਦੀ ਹੈ, ਹਰੇਕ ਨੂੰ ਮਿੱਟੀ ਵਿੱਚ ਮਿਲਾ ਦਿੰਦੀ ਹੈ। ਆਪਦੀ ਪਾਡੀਆਂ ਮਾਰਨੀਆਂ, ਮੇਰੇ ਕੋਲ ਆ, ਮੇਰੇ ਕੋਲ ਆਇਆ, ਉਹਦਾ ਕੋਈ ਫਾਇਦਾ ਨਹੀਂ। ਡੈਥ ਨਾ ਤਾਂ ਮਾਈਟੀ ਮਤਲਬ ਸਟਰੋਂਗ ਬੰਦੇ ਨੂੰ ਛੱਡਦੀ ਹੈ, ਨਾ ਅਮੀਰ ਬੰਦੇ ਨੂੰ ਛੱਡਦੀ ਹੈ, ਨਾ ਗਰੀਬ ਨੂੰ। ਗਰੀਬ ਨੂੰ ਤਾਂ ਆਉਣੀ ਆਉਣੀ ਹੈ, ਮਤਲਬ ਸਭ ਨੂੰ ਆਉਂਦੀ ਹੈ। ਓਨਲੀ ਆਵਰ ਗੁੱਡ ਡੀਡਸ ਵਿਲ ਬੀ ਰਿਵਾਰਡਿਡ ਆਫਟਰ ਡੈਥ। ਚੰਗੇ ਕੰਮ ਕੀਤੇ ਹੋਣਗੇ ਤਾਂ ਬੰਦਾ ਕਹੂਗਾ ਹਾਂ ਚੰਗਾ ਸੀ, ਚੰਗਾ ਸੀ, ਠੀਕ ਹੈ। ਦੇਅਰ ਫੋਰ ਵੀ ਸ਼ੁੱਡ ਰਿਮੇਨ ਜਸਟ ਇਨ ਐਕਟ। ਜਸਟ ਮਤਲਬ ਸਾਨੂੰ ਇਮਾਨਦਾਰ, ਨਿਆਂਵਾਦੀ ਹੋਣਾ ਚਾਹੀਦਾ ਹੈ। ਨੈਕਸਟ ਕੁਐਸਚਨ ਹੈ ਬੇਟਾ ਵਟ ਡਜ਼ ਦ ਬੈਲਟ ਸਾਈਥ ਐਂਡ ਸਪੇਡ ਸਟੈਂਡ ਫੋਰ। ਸਾਈਥ ਹੁੰਦੀ ਹੈ ਅਤੇ ਸਪੇਡ ਹੁੰਦੀ ਹੈ ਖੁਰਪੀ ਅਤੇ ਕਹੀ। ਖੁਰਪੀ ਅਤੇ ਕਹੀ ਤੋਂ ਕੀ ਪਤਾ ਲੱਗਦਾ ਹੈ?
ਜੋ ਫਾਰਮਰਸ ਹੁੰਦੇ ਆ, ਜੋ ਲੇਬਰਰਸ ਹੁੰਦੇ ਆ, ਵਰਕਰਸ, ਪੂਅਰ ਵਰਕਰਸ, ਉਹਨਾਂ ਦੇ ਲਈ ਕਿਹਾ ਗਿਆ ਹੈ ਕਿ ਜੇ ਡੈਥ ਉਹਨਾਂ ਨੂੰ ਆਉਣੀ ਹੈ ਤਾਂ ਡੈਥ ਅਮੀਰਾਂ ਨੂੰ ਵੀ ਆਉਣੀ ਹੈ। ਸੇਮਸ ਲਾਈਨ ਤੁਸੀਂ ਲਿਖ ਸਕਦੇ ਹੋ ਜਿਹੜੀ ਆਪਾਂ ਪਹਿਲੇ 'ਚ ਲਿਖੀ ਹੈ ਕਿ ਡੈਥ ਮੇਕਸ ਐਵਰੀਵਨ ਇਕੁਅਲ। ਕਿੰਗ ਔਰ ਪੌਪਰ ਹੁੰਦੇ ਜਿਹੜੇ ਰੰਕ ਹੁੰਦੇ ਆ, ਰਾਜਾ ਰੰਕ ਹੁੰਦੇ ਨਾ, ਰਾਜੇ ਨੂੰ ਆਪਾਂ ਕਿੰਗ ਬੋਲਦੇ ਆ, ਤਾਂ ਰੰਕ ਕੌਣ ਹੁੰਦਾ? ਪੌਪਰ, PAUPER। ਐਵਰੀਵਨ ਇਜ਼ ਇਕੁਅਲ ਇਨ ਦ ਆਈਜ਼ ਆਫ ਡੈਥ। ਸੋ ਇਹ ਕੁਐਸਚਨ ਹੈ ਤੁਹਾਡਾ ਸੈਕਿੰਡ। ਰੀਡ ਆਊਟ ਕਰ ਦਿੰਦੀ ਹਾਂ ਮੈਂ। ਇਟ ਸਟੈਂਡਸ ਫॉर द ਪੂਅਰ ਪੀਪਲ, ਦ ਵਰਕਰ, ਪੀਜ਼ੈਂਟਸ ਐਂਡ ਲੇਬਰਰਸ। ਡੈਥ ਮੇਕਸ them equal with the kings. In other words, death does not spare anyone or even the kings. Last question is chapter ਦਾ, do the conquerors tame death or the dead? ਜੋ ਜਿੱਤਣ ਵਾਲੇ ਹੈ ਉਹ ਡੈਥ ਨੂੰ ਨਹੀਂ ਕਾਬੂ ਕਰ ਸਕਦੇ, ਡੈਡ ਨੂੰ ਕਾਬੂ ਕਰ ਸਕਦੇ ਆ। ਮਤਲਬ ਮੌਤ ਨੂੰ ਨਹੀਂ ਕਾਬੂ ਕਰ ਸਕਦੇ, ਮਰੇ ਬੰਦੇ ਨੂੰ ਕਾਬੂ ਕੀਤਾ ਜਾ ਸਕਦਾ। ਡੈਥ ਕਿਸੇ ਦੇ ਹੱਥ 'ਚ ਨਹੀਂ, ਦੂਜੇ ਪਲ ਹੀ ਕੋਈ ਮਰ ਜੇ ਤਾਂ ਵੀ ਪਤਾ ਨਹੀਂ ਲੱਗਦਾ। ਨੈਕਸਟ ਚੈਪਟਰ ਹੈ ਬੈਲਡ ਆਫ ਸਰ ਪ੍ਰਤਾਪ ਸਿੰਘ। ਇਹਦੇ ਪੋਇਟ ਹੈ ਸਰ ਹੈਨਰੀ ਨਿਊ ਬੋਲਟ। ਸਰ ਹੈਨਰੀ ਨਿਊ ਬੋਲਟ, ਇਹ ਕਈ ਵਾਰੀ ਕੁਐਸਚਨ ਆਉਂਦਾ ਜਿਹੜਾ ਆਪਾਂ ਸੈਕਿੰਡ ਪੜ੍ਹਨਾ ਹੈ। ਕਿਹੜੇ ਹਾਊਸ 'ਚ ਰਹਿੰਦੇ ਸੀ? ਰੋਜ਼ ਰੈੱਡ ਹਾਊਸ ਦੇ ਵਿੱਚ ਰਹਿੰਦੇ ਸੀ। ਰੈੱਡ ਰੋਜ਼ ਨਹੀਂ ਬੋਲਣਾ ਬੇਟੇ, ਰੋਜ਼ ਰੈੱਡ ਬੋਲਣਾ ਹੈ। ਅਕੋਰਡਿੰਗ ਟੂ ਦ ਪ੍ਰੀਸਟ, ਸਰ ਪ੍ਰਤਾਪ ਸਿੰਘ ਦੇ ਫਰੈਂਡ ਸੀ ਇੱਕ, ਜੋ ਕਿਹੜੇ ਫਰੈਂਡ ਸੀ? ਇੰਗਲਿਸ਼ ਫਰੈਂਡ ਸੀ। ਉਹਨਾਂ ਦੀ ਡੈਥ ਹੋ ਜਾਂਦੀ ਹੈ, ਚੈਪਟਰ ਦੇ ਵਿੱਚ ਦਿਖਾਇਆ ਗਿਆ ਪੋਇਮ ਦੇ ਵਿੱਚ। 3 ਬੰਦੇ ਮਿਲ ਜਾਂਦੇ, ਉਹਨਾਂ ਦੀ ਲਾਸ਼ ਚੱਕਣ ਨੂੰ ਚੌਥਾ ਨਹੀਂ ਮਿਲਦਾ। ਉਹ ਨੀਵੀਂ ਜਾਤ ਦੇ ਹੁੰਦੇ ਹੈ। ਸਰ ਪ੍ਰਤਾਪ ਸਿੰਘ ਨੂੰ ਕਿਹਾ ਜਾਂਦਾ ਕਿ ਤੁਸੀਂ ਆਪਦੀ ਕਾਸਟ ਖੋ ਦੋਗੇ ਜੇ ਤੁਸੀਂ ਇਹਨੂੰ ਚੱਕੋਗੇ, ਇਹਦੀ ਲਾਸ਼ ਨੂੰ ਚੱਕੋਗੇ। ਉਹ ਕਹਿੰਦੇ ਕਿ ਇੱਕ ਸੋਲਜਰ ਦੀ ਸਹੀ ਕਾਸਟ ਇਹੀ ਹੈ ਕਿ ਉਹ ਸਹੀ ਸੋਲਜਰ ਹੈ, ਸਭ ਤੋਂ ਉੱਚੀ ਕਾਸਟ ਹੈ, ਇਸ ਕਰਕੇ ਮੈਨੂੰ ਕੋਈ ਪਰਵਾਹ ਨਹੀਂ। ਉਹ ਉਹਦੀ ਲਾਸ਼ ਨੂੰ ਚੱਕਦੇ ਹੈ ਅਤੇ ਉਹਨਾਂ ਨੂੰ ਕੋਈ ਡਰ ਨਹੀਂ ਲੱਗਦਾ ਕਿ ਮੇਰੀ ਕਾਸਟ, ਮੈਂ ਹਾਈ ਕਾਸਟ ਤੋਂ ਲੋ ਕਾਸਟ 'ਤੇ ਹੋ ਜਾਊਂਗਾ। ਉਹ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਦੇ। ਇਸ ਤੋਂ ਪਤਾ ਲੱਗਦਾ ਕਿ ਚੈਪਟਰ 'ਚ ਦੱਸਿਆ ਗਿਆ ਕਿ ਕੋਈ ਡਿਸਕ੍ਰਿਮੀਨੇਸ਼ਨ, ਭੇਦਭਾਵ ਨਹੀਂ ਹੈ ਔਨ ਦ ਬੇਸਿਸ ਆਫ ਕਾਸਟ, ਕਲਰ, ਕ੍ਰੀਡ। ਕਿਸੇ ਚੀਜ਼ 'ਚ ਕੋਈ ਭੇਦਭਾਵ ਨਹੀਂ। ਇਹ ਜਿਹੜੇ ਪ੍ਰਤਾਪ ਸਿੰਘ ਸੀ ਕਿੱਥੋਂ ਦੇ ਰਾਜਾ ਸੀ? ਹੀ ਵਾਜ਼ ਦ ਕਿੰਗ ਆਫ ਜੋਧਪੁਰ। ਚਲੋ ਅੱਗੇ 4th ਕੁਐਸਚਨ ਹੈ ਕਿ ਅਕੋਰਡਿੰਗ ਟੂ ਪ੍ਰੀਸਟ ਉਹ ਕੀ ਕਹਿੰਦੇ ਸੀ ਪ੍ਰਤਾਪ ਸਿੰਘ ਨੂੰ? ਕਾਸਟ ਫੋਰ ਐਵਰ, ਹਮੇਸ਼ਾ ਹੀ ਵਿਲ ਲੂਜ਼ ਹਿਸ ਕਾਸਟ ਫੋਰ ਐਵਰ। ਹਾਂ, ਉਹ ਕਹਿ ਰਹੇ ਸੀ ਕਿ ਤੂੰ ਹਮੇਸ਼ਾ ਲਈ ਇੱਕ ਆਪਦੀ ਕਾਸਟ ਖੋ ਦੇਂਗਾ। ਸਮਰੀ 'ਚ ਕੀ ਦੱਸਿਆ ਗਿਆ ਕਿ ਪ੍ਰਤਾਪ ਸਿੰਘ ਦ ਕਿੰਗ ਆਫ ਜੋਧਪੁਰ ਹੈਡ ਐਨ ਇੰਗਲਿਸ਼ ਫਰੈਂਡ who died suddenly. There were only 3 Englishmen to carry his bier. Pratap Singh himself became the 4th one and he carried the bier of his friend. He did not care for the warning of the priest. By doing so, he would, मतलब उन्हें क्या सीगा, if you did so, you would lose your caste. But he did not care of anything and he was a true friend. Okay, ਇਹ ਅਗਲੀ ਲਾਈਨ ਆਪਾਂ ਇੱਕ ਇੱਥੇ ਦੇਖਾਂਗੇ, 3rd ਕੁਐਸਚਨ 'ਚ ਇੱਥੇ ਦਿੱਤਾ ਗਿਆ ਆਪਾਂ ਪੜ੍ਹ ਹੀ ਲੈਂਦੇ ਹਾਂ ਕਿ ਹੀ ਵਾਜ਼ ਅ ਟਰੂ ਫਰੈਂਡ। ਹੀ ਡਿਡ ਨਾਟ ਬਿਲੀਵ ਇਨ ਕਾਸਟ ਸਿਸਟਮ। ਹੀ ਬਿਲੀਵ ਦੈਟ ਅ ਕਾਸਟ ਆਫ ਸੋਲਜਰ ਵਾਜ਼ ਦ ਓਨਲੀ ਟਰੂ ਕਾਸਟ। ਇਹ ਲਾਈਨਸ ਆਪਾਂ ਪਹਿਲੇ ਦੇ ਵਿੱਚ ਲਿਖ ਸਕਦੇ ਹਾਂ, ਈਜ਼ੀ ਵੀ ਹੈ। ਅੱਗੇ ਰਜੇ ਸੈਂਟਰਲ ਆਈਡੀਆ ਕੀ ਦੱਸਿਆ ਹੈ? ਸੈਂਟਰਲ ਆਈਡੀਆ ਦਿਖਾਇਆ ਹੈ ਕਿ ਹਿੰਦੂਇਜ਼ਮ ਦੇ ਵਿੱਚ ਜਾਂ ਹਿੰਦੂ ਕਾਸਟ ਸਿਸਟਮ ਜਿਹੜਾ ਚੱਲਦਾ ਹੈ ਉਹ ਬਹੁਤ ਮੂਰਖਤਾ ਹੈ। ਸਾਰੇ ਬਰਾਬਰ ਹੈ। ਰੱਬ ਨੇ ਆਪਾਂ ਨੂੰ ਭੇਜਿਆ ਸੀ, ਐਂ ਕਰਕੇ ਤਾਂ ਨਹੀਂ ਭੇਜਿਆ ਤੁਸੀਂ ਸਿੱਖ ਹੋ, ਤੁਸੀਂ ਮੁਸਲਿਮ ਹੋ, ਤੁਸੀਂ ਕ੍ਰਿਸਚਨ ਹੋ, ਤੁਸੀਂ ਉੱਚੀ ਜਾਤ ਹੋ, ਤੁਸੀਂ ਨੀਵੀਂ ਜਾਤ ਹੋ। ਨਹੀਂ, ਇਹ ਮੈਨ ਮੇਡ ਚੀਜ਼ਾਂ ਹੈ। ਆਲ ਆਰ ਮੈਨ ਮੇਡ। ਨੋ ਵਨ ਹੈਜ਼ ਹਾਈ ਔਰ ਲੋ ਕਾਸਟ। ਸੱਚ ਆ ਕਾਸਟ ਸਿਸਟਮ ਡਿਵਾਈਡਸ ਅਸ। ਸਾਨੂੰ ਡਿਵਾਈਡ ਕਰ ਰਹੀ ਹੈ ਇਹ ਚੀਜ਼ਾਂ। ਵੀ ਆਲ ਹੈਵ ਓਨਲੀ ਵਨ ਕਾਸਟ, ਦੈਟ ਇਜ਼ ਹਿਊਮੈਨਿਟੀ। ਸਾਡੀ ਮਾਨਵਤਾ ਦੀ ਇੱਕ ਕਾਸਟ ਹੈ, ਉਹੀ ਹੈ, ਹੋਰ ਕੋਈ ਕਾਸਟ ਨਹੀਂ। ਅੱਗੇ ਰਜੇ 4th ਪੋਇਮ ਰਜ਼ੀਆ ਦ ਟਾਈਗਰਸ। ਇਹਦੇ ਪੋਇਟ ਸੀਗੇ ਕੇਕੀ ਐਂਡ ਦਾਰੂਵਾਲਾ। ਰਜ਼ੀਆ ਦੇ 2 ਕਬਜ਼ ਸੀ। ਤੀਜਾ ਕੁਐਸਚਨ ਹੈ ਸ਼ੇਰੂ ਐਕਸਪਰਟ ਕਾਹਦੇ 'ਚ ਸੀਗਾ? ਹੰਟਿੰਗ ਦੇ ਵਿੱਚ। ਚੌਥਾ, ਰਜ਼ੀਆ ਕਿਸ ਤੋਂ ਡਰਦੀ ਸੀ? ਪੋਚਰਸ ਤੋਂ ਡਰਦੀ ਸੀ। ਇੱਥੇ ਲਿਖਿਆ ਨਾ ਸ਼ੀ ਵਾਜ਼ ਨਾਟ ਅਫਰੇਡ ਆਫ ਹੰਟਰਸ, ਨਹੀਂ, ਫਾਲਸ ਹੈ ਇਹ। ਸ਼ੀ ਵਾਜ਼ ਅਫਰੇਡ ਆਫ ਪੋਚਰਸ। ਸਮਰੀ ਕੀ ਹੈ? ਰਜ਼ੀਆ ਇੱਕ ਯੰਗ ਟਾਈਗਰਸ ਹੈ। ਸ਼ੀ ਹੈਡ 2 ਲਿਟਲ ਕਬਸ। ਹਰ ਮੇਲ ਪਾਰਟਨਰ ਸ਼ੇਰੂ ਹੈਡ ਗੋਨ ਅਵੇ ਔਨ ਐਕਸਪੀਡੀਸ਼ਨ। ਉਹ ਚਲਾ ਜਾਂਦਾ ਹੈ ਕਿਉਂਕਿ ਇਹ ਵੀ ਦਿਖਾਇਆ ਗਿਆ ਕਿ ਲੋਕ ਹੈ ਜਿਹੜੇ ਵਾਈਲਡ ਲਾਈਫ ਨੂੰ ਮਾਰ ਰਹੇ ਹੈ, ਐਨੀਮਲਸ ਨੂੰ ਤਾਂ ਮਾਰ ਹੀ ਰਹੇ ਹੈ, ਟਰੀਜ਼ ਵੀ ਕੱਟ ਰਹੇ ਆ, ਜਿਹਦੇ ਕਰਕੇ ਉਹਨਾਂ ਦੇ ਰਹਿਣ ਲਈ ਥਾਂ ਨਹੀਂ ਹੁੰਦੀ। ਉਹ ਇੱਧਰ ਉੱਧਰ ਜਾਂਦੇ ਹੈ, ਫਿਰ ਉਹ ਆਪਦੀ ਫੈਮਿਲੀ ਤੋਂ ਵੀ ਪਰੇ ਹੋ ਜਾਂਦੇ ਆ। ਇਸੇ ਤਰ੍ਹਾਂ ਹੀ ਸ਼ੇਰੂ ਹੀ ਹੈ, ਉਹ ਉਹਨੂੰ ਛੱਡ ਕੇ ਗਿਆ ਹੋਇਆ ਕਿਉਂਕਿ ਹੁਣ ਉੱਥੇ ਕੁਛ ਹੈ ਹੀ ਨਹੀਂ, ਕੋਈ ਹੰਟਿੰਗ ਕਰਨ ਨੂੰ ਹੈ ਨਹੀਂ। ਅਤੇ ਇਸ ਕਰਕੇ ਉਹ ਇਕੱਲੀ ਹੋਣ ਕਰਕੇ ਉਹ ਬਹੁਤ ਡਰਦੀ ਹੈ ਕਿ ਮੈਂ ਕਿਵੇਂ, ਜਾਂ ਹਾਈਨਾਸ ਜਾਂ ਪੋਚਰਸ ਹੁੰਦੇ ਹੰਟਰਸ ਆ ਗਏ ਤਾਂ ਮੇਰੇ ਬੱਚਿਆਂ ਨੂੰ ਮਾਰ ਦੇਣਗੇ। ਉਹ ਡਰਦੀ ਬਹੁਤ ਹੈ। ਫਿਰ ਹੈ ਥੀਮ ਦੇ ਵਿੱਚ ਕੀ ਦੱਸਿਆ? ਇਹੀ ਜਿਵੇਂ ਮੈਂ ਤੁਹਾਨੂੰ ਸਮਝਾ ਕੇ ਹਟੀ ਹੈ ਕਿ ਇਟ ਹਾਈਲਾਈਟਸ ਦੈਟ ਦ ਡਿਸਟਰਕਸ਼ਨ ਆਫ ਫੋਰੈਸਟ ਰਿਜ਼ਲਟਡ ਇਨ ਦ ਹੌਰੀਬਲ ਡੇਂਜਰਸ ਟੂ ਵਾਈਲਡ ਲਾਈਫ। ਮੈਨ ਹੈਜ਼ ਹਾਰਮਡ ਦ ਐਨੀਮਲ ਲਾਈਫ। ਨਾਓ ਐਨੀਮਲਸ ਲਿਵ ਅੰਡਰ ਦ ਫੀਅਰ ਆਫ ਹੰਟਰਸ। ਹੁਣ ਐਨੀਮਲਸ ਡਰਦੇ ਹੈ
ਹੰਟਰਸ ਦੇ ਥੱਲੇ ਰਹਿਣ ਦੀ। ਮਤਲਬ ਇਹ ਹੈ ਕਿ ਜਦੋਂ ਐਨੀਮਲਸ ਨੂੰ ਪਤਾ ਹੈ ਕਿ ਹੁਣ ਕੋਈ ਵੀ ਆਊਗਾ ਮੇਰੇ ਬੱਚਿਆਂ ਨੂੰ ਮਾਰ ਦੂਗਾ, ਉਹ ਬਾਹਰ ਹੀ ਨਹੀਂ ਜਾ ਸਕਦੇ, ਅਤੇ ਜੇ ਬਾਹਰ ਨਹੀਂ ਜਾਣਗੇ ਤਾਂ ਫਿਰ ਉਹ ਖਾਣ ਪੀਣਗੇ ਕੀ। ਇਹ ਸਾਈਕਲ ਹੈ, ਇੱਕ ਸਿਸਟਮ ਹੈ ਜੋ ਕੁਦਰਤ ਨੇ ਬਣਾਇਆ ਹੈ। ਇਹਨੂੰ ਐਂ ਫੋਲੋ ਕਰਨਾ ਹੀ ਚਾਹੀਦਾ ਇਨਸਾਨ ਨੂੰ। ਜੇ ਅਸੀਂ ਸਭ ਕੁਝ ਕੱਟ ਵੱਢ ਦੇਵਾਂਗੇ, ਐਨੀਮਲਸ ਨੂੰ ਮਾਰਨ ਲੱਗ ਜਾਂਗੇ, ਤਾਂ ਉਹ ਸਾਡੇ ਲਈ ਚੰਗਾ ਨਹੀਂ, ਅਸੀਂ ਈਕੋਸਿਸਟਮ ਨੂੰ ਖਰਾਬ ਕਰ ਰਹੇ ਹਾਂ। ਅੱਗੇ ਰਜ਼ੀਆ ਦੇ ਫੀਅਰਸ ਇਹੀ ਹੈ ਕਿ she had 2 cubs, she can't leave them alone because poachers and hyenas could kill them. Last ਹੈ ਬੇਟਾ ਵੇਅਰ ਦਾ ਮਾਈਂਡ ਇਜ਼ ਵਿਦਾਊਟ ਫੀਅਰ। ਇਹ ਪੋਇਮ ਹੈ ਰਵਿੰਦਰਨਾਥ ਟੈਗੋਰ ਦੀ ਲਿਖੀ ਵੀ, ਬਹੁਤ ਹੀ ਵਧੀਆ ਪੋਇਮ ਹੈ। ਇਹਦੇ ਵਿੱਚ ਪੋਇਟ ਨੇ, ਮੈਂ ਤੁਹਾਨੂੰ ਸਿੱਧਾ ਸਮਝਾ ਦਿੰਦੀ ਹਾਂ, ਤੁਸੀਂ ਰੀਡ ਆਊਟ ਕਰ ਲਿਓ। ਇਹ ਦੱਸਿਆ ਹੈ ਕਿ ਹਰੇਕ ਕੋਲ ਰਾਈਟ ਟੂ ਐਜੂਕੇਸ਼ਨ ਦਾ ਅਧਿਕਾਰ ਹੈ। ਸੈਕਿੰਡ ਕੁਐਸਚਨ ਹੈ ਆਪਣਾ, ਬਿਲਕੁਲ ਟਰੂ ਹੈ। ਥਰਡ ਕੁਐਸਚਨ ਦੇ ਵਿੱਚ ਦੱਸਿਆ ਕਿ ਇਹਦੇ ਵਿੱਚ ਪੋਇਟ ਕਹਿੰਦੇ ਆ ਕਿ ਸਾਰਿਆਂ ਦੇ ਸਿਰ ਉੱਚੇ ਰਹਿਣ, ਸਾਰਿਆਂ ਦੇ ਦਿਮਾਗ ਦੇ ਵਿੱਚ ਕੋਈ ਡਰ ਨਾ ਹੋਵੇ। ਵੇਅਰ ਦਾ ਮਾਈਂਡ ਇਜ਼ ਵਿਦਾਊਟ ਫੀਅਰ, ਹੈਡ ਸ਼ੁੱਡ ਬੀ ਹੈਲਡ ਹਾਈ, ਉੱਚਾ ਹੋਣਾ ਚਾਹੀਦਾ ਸਿਰ। ਹੈਂਡਸ ਸ਼ੁੱਡ ਨੈਵਰ ਬੀ ਫਰੀ, ਕੰਮ ਹਮੇਸ਼ਾ ਹੋਣਾ ਚਾਹੀਦਾ ਹੱਥਾਂ ਦੇ ਵਿੱਚ। ਅਤੇ ਇਹ ਕਿਹਨੂੰ ਲਿਖੀ ਗਈ ਹੈ ਪੋਇਟ ਨੇ ਪੋਇਮ ਕਿਹਦੇ ਲਈ ਲਿਖੀ ਹੈ? ਗੋਡ ਨੂੰ ਕਿਹਾ ਕਿ ਮੇਰੇ ਕੰਟਰੀਮੈਨ ਇਹੋ ਜਿਹੇ ਹੋਣ ਜਿਨ੍ਹਾਂ ਨੂੰ ਆਹ ਚੀਜ਼ਾਂ ਹੋਣ, ਜਿਹੜੇ ਕੰਮ ਕਰਦੇ ਰਹਿਣ, ਜਿਹੜੇ ਵਿਸ਼ਵਾਸ ਨਾ ਕਰਨ ਡਿਵੀਜ਼ਨਸ ਦੇ ਵਿੱਚ। ਮੇਰਾ ਕੰਟਰੀ ਕਿਹੋ ਜਿਹਾ ਹੋਵੇ? ਇੱਕ ਫਰੀਡਮ, ਹੈਵਨ ਆਫ ਫਰੀਡਮ ਹੋਵੇ, ਜਿਹਦੇ ਵਿੱਚ ਪੈਰਾਡਾਈਜ਼ ਹੋਣਾ ਚਾਹੀਦਾ, ਇੱਕ ਜੰਨਤ ਵਾਂਗੂ ਹੋਵੇ ਜਿੱਥੇ ਸਾਰੇ ਫਰੀ ਹੋਣ। ਵੱਡਾ ਕੁਐਸਚਨ ਦੇਖੋ, ਹੀ ਵਾਂਟਸ ਦੈਟ ਹੀ ਸ਼ੁੱਡ ਗਿਵ ਅਪ ਆਲ ਈਵਲ, ਸਾਰੇ ਮਾੜੇ ਕੰਮ ਛੱਡ ਦੇਣ। ਵੀ ਸ਼ੁੱਡ ਨਾਟ ਬੀ ਨੈਰੋ ਮਾਈਂਡਡ, ਅਸੀਂ ਭੀੜੀ ਸੋਚਦੇ, ਮਾੜੀ ਸੋਚਦੇ ਨਹੀਂ ਹੋਣੇ ਚਾਹੀਦੇ। ਵੀ ਸ਼ੁੱਡ ਲੀਵ ਦਾ ਥਾਟਸ ਆਫ ਕਾਸਟ ਐਂਡ ਕਰੀਡ, ਸਾਨੂੰ ਉੱਚੇ ਨੀਵੇਂ ਦੇ ਕਾਸਟ ਕਰੀਡ ਦੇ ਝੰਜਟ 'ਚੋਂ ਦੂਰ ਰਹਿਣਾ ਚਾਹੀਦਾ। ਓਨਲੀ ਦੈਨ ਵੀ ਵਿਲ ਬੀ ਫਰੀ ਇਨ ਦਾ ਰੀਅਲ ਸੈਂਸ, ਅਸੀਂ ਫੇਰ ਹੀ ਫਰੀ ਰਹਿ ਸਕਦੇ ਹਾਂ, ਸਾਡੇ ਦਿਮਾਗ ਫੇਰ ਹੀ ਵਧੀਆ ਬਣਨਗੇ। ਲਾਸਟ ਹੈ, ਇਹਦਾ ਕੀ ਮਤਲਬ ਹੈ ਵੇਅਰ ਨੌਲੇਜ ਇਜ਼ ਫਰੀ? ਇਹਦਾ ਮਤਲਬ ਹੈ ਕਿ ਐਵਰੀ ਵਨ ਇਜ਼ the person who is willing to take education at any age, he can take education, he can get knowledge, ਕਿਸੇ ਵੀ ਏਜ 'ਤੇ ਕੋਈ ਵੀ ਕਿਸੇ ਵੀ ਜਗ੍ਹਾ ਤੋਂ knowledge ਲੈ ਸਕਦਾ ਹੈ। So that's all with your poetry section, students. I hope this video is also clear to you. So stay tuned with me and subscribe the channel so that you can get videos on time. Otherwise ਹੁਣ ਤੱਕ ਸਾਰਾ ਸਿਲੇਬਸ ਇੱਥੇ ਅਪਲੋਡ ਕਰ ਦਿੱਤਾ ਗਿਆ ਹੈ। So I hope it's good. Thank you all of you.